ਆਕਸਫੋਰਡ ਹਸਪੀਟਲ ਤੋਂ ਡਾਕਟਰ ਗੁਰਬੀਰ ਸਿੰਘ ਜੀ। ਸਰ, ਕੋਵਿਡ ਦੇ ਦੌਰਾਨ ਬਹੁਤ ਕੁਝ ਦੇਖਣ ਨੂੰ ਮਿਲਿਆ, ਬਹੁਤ ਸਾਰਾ ਖੌਫ ਵੀ ਸੀ ਲੋਕਾਂ ਦੇ ਅੰਦਰ। ਸਭ ਤੋਂ ਪਹਿਲਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਐਕਸਪੀਰੀਅੰਸ ਕੀ ਰਿਹਾ ਹੈ ਉਸ ਦੌਰਾਨ। ਤੁਸੀਂ ਕਿਸ ਕਦਰ ਮਰੀਜ਼ਾਂ ਜੋ ਮਰੀਜ਼ ਤੁਹਾਡੇ ਤੱਕ ਪਹੁੰਚਦੇ ਸਨ, ਕਿਸ ਕਦਰ ਉਹਨਾਂ ਨੂੰ ਤੁਸੀਂ ਹੌਸਲਾ ਵੀ ਦਿੱਤਾ, ਉਹਨਾਂ ਨੂੰ ਟ੍ਰੀਟ ਵੀ ਕੀਤਾ, ਉਹਨਾਂ ਨੂੰ ਤੰਦਰੁਸਤ ਵੀ ਕੀਤਾ? ਪਹਿਲਾਂ ਤਾਂ ਮੈਂ ਸੀ ਹਰਿਆਣਾ ਪੰਜਾਬ ਤੇ ਅੱਜ ਦੇ ਸਾਰੇ ਦਰਸ਼ਕਾਂ ਦਾ ਤੇ ਜਿਹੜੇ ਸਾਨੂੰ ਦੇਖ ਰਹੇ ਆ ਟੀਵੀ ਤੇ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਸਾਨੂੰ ਅੱਜ ਸਾਰਿਆਂ ਨੂੰ ਇਹ ਮੌਕਾ ਮਿਲਿਆ ਅੱਜ ਦਾ ਜਿਹੜਾ ਫੰਕਸ਼ਨ ਕਰਨ ਦਾ। ਤੇ ਤੁਹਾਡਾ ਸਵਾਲ ਮੈਮ ਬਹੁਤ ਹੀ ਜ਼ਰੂਰੀ ਮੈਂ ਸਮਝਦਾ ਅੱਜ ਦੇ ਡੇਟ ਦੇ ਵਿੱਚ, ਕਿਉਂਕਿ ਜਦੋਂ 2 ਵੇਵ ਨਾਲ ਅਸੀਂ ਹੁਣ ਤੱਕ ਜੂਝ ਚੁੱਕੇ ਹਾਂ ਤੇ ਤੀਜੀ ਵੇਵ ਤੋਂ ਅਸੀਂ ਹੁਣ ਡਰ ਰਹੇ ਹਾਂ ਕਿ ਉਹ ਕਿੱਦਾਂ ਦੀ ਹੋਏਗੀ, ਕੀ ਹੋਏਗੀ। ਅਸੀਂ ਉਹਦੇ ਲਈ ਪ੍ਰਪੇਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਥੇ ਬੜਾ ਜ਼ਰੂਰੀ ਹੋ ਜਾਂਦਾ ਕਿ ਜਿੱਥੇ ਸਾਨੂੰ ਜਿਹੜੇ ਡਾਕਟਰ ਸਾਨੂੰ ਦੇਖ ਰਹੇ ਆ, ਉਹਨਾਂ ਦੇ ਮਾਨਸਿਕਤਾ ਬਾਰੇ, ਉਹਨਾਂ ਬਾਰੇ ਜਾਣਿਆ ਜਾਵੇ। ਮੈਂ ਸੋਚਦਾ ਕਿ ਅੱਜ ਸਾਡੇ ਟੀਵੀ ਥਰੂ ਜਿਹੜੇ ਡਾਕਟਰ ਹੋਰ ਸਾਨੂੰ ਜਿਹੜੇ ਇੱਥੇ ਨਹੀਂ ਹੈਗੇ ਉਹ ਦੇਖ ਰਹੇ ਹੋਣਗੇ, ਉਹ ਸਾਡੀਆਂ ਗੱਲਾਂ, ਮੇਰੇ ਤੋਂ ਪਹਿਲਾਂ ਬੜਾ ਅੱਛਾ ਪੈਨਲ ਸੀਗਾ, ਉਹਨਾਂ ਦੀਆਂ ਗੱਲਾਂ ਸਾਰੀਆਂ ਸੁਣ ਕੇ ਆਪਣੇ ਆਪ ਨੂੰ ਇੱਕ ਹੋਰ ਜ਼ਿਆਦਾ ਭਰੋਸੇ ਦੇ ਨਾਲ, ਹੋਰ ਜ਼ਿਆਦਾ ਆਤਮ ਵਿਸ਼ਵਾਸ ਦੇ ਨਾਲ ਅੱਗੇ ਡੀਲ ਕਰਨਗੇ। ਮੇਰਾ ਐਕਸਪੀਰੀਅੰਸ, ਜਿੱਦਾਂ ਤੁਸੀਂ ਗੱਲ ਕਹੀ, ਮੈਂ ਤੁਹਾਡੀ ਗੱਲ 'ਚੋਂ ਹੀ ਲਊਂਗਾ ਕਿ ਮੇਰਾ ਐਕਸਪੀਰੀਅੰਸ ਦੇ ਵਿੱਚ ਜਿਹੜੀ ਸਭ ਤੋਂ ਜਿਹੜੀ ਗੱਲ ਆਈ ਹੈ, ਮੈਂ ਡਿਊਰਿੰਗ ਲਾਸਟ 2 ਵੇਵ ਦੇ ਵਿੱਚ ਅਸੀਂ ਆਕਸਫੋਰਡ ਹਸਪੀਟਲ ਜਲੰਧਰ ਦੇ ਵਿੱਚ ਘੱਟੋ ਘੱਟ ਅਰਾਊਂਡ 1000 ਪੇਸ਼ੈਂਟਸ ਤੋਂ ਪਲੱਸ ਅਸੀਂ ਕੋਵਿਡ ਦੇ ਟ੍ਰੀਟ ਕੀਤੇ। ਔਰ ਉਹਨਾਂ ਦੌਰਾਨ ਅਸੀਂ ਇਹ ਦੇਖਿਆ ਕਿ ਜਿਹੜੀ ਇੱਕ ਮਾਨਸਿਕਤਾ ਹੈ ਪੇਸ਼ੈਂਟ, ਜਿਹੜਾ ਪੇਸ਼ੈਂਟ ਡਰ ਜਾਂਦਾ ਹੈ ਕਿਉਂਕਿ ਬਿਮਾਰੀ ਨਵੀਂ ਹੈ, ਬੜੀਆਂ ਅਫਵਾਹਾਂ ਇਸ ਬਿਮਾਰੀ ਬਾਰੇ, ਬੜੀਆਂ ਗੱਲਾਂ ਇਸ ਬਿਮਾਰੀ ਬਾਰੇ ਗਲਤ ਵੀ ਕਈ ਵਾਰੀ ਵਿੱਚ ਆਈਆਂ। ਹਾਲਾਂਕਿ ਸਾਡੇ ਪ੍ਰਸ਼ਾਸਨ ਨੇ ਸਾਰਿਆਂ ਨੇ ਬਹੁਤ ਸਾਥ ਦਿੱਤਾ, ਬੜੀਆਂ ਅਫਵਾਹਾਂ ਨੂੰ ਸੋਸ਼ਲ ਮੀਡੀਆ 'ਤੇ ਵੀ ਹੋਰ ਤਰੀਕੇ ਨਾਲ ਵੀ ਰੋਕਣ ਦੀ ਵੀ ਕੋਸ਼ਿਸ਼ ਕੀਤੀ। ਪਰ ਜਦੋਂ ਇੱਕ ਕਿਸੇ ਪੇਸ਼ੈਂਟ ਨੂੰ ਪਤਾ ਲੱਗਦਾ ਕਿ ਮੈਂ ਕੋਵਿਡ ਪੋਜ਼ੀਟਿਵ ਆ ਗਿਆ ਜਾਂ ਮੇਰਾ ਲਾਗੇ ਦਾ ਬੰਦਾ ਕੋਈ ਮੇਰਾ ਪਰਿਵਾਰਕ ਮੈਂਬਰ ਪੋਜ਼ੀਟਿਵ ਆ ਗਿਆ, ਇੱਕ ਉਹਦੇ ਅੰਦਰ ਡਰ ਬੈਠ ਜਾਂਦਾ, ਉਹ ਮੋਰਲੀ ਬਹੁਤ ਡਾਊਨ ਹੋ ਜਾਂਦਾ। ਸੋ ਮੇਰਾ ਅਤੇ ਸਾਡੀ ਟੀਮ ਦਾ ਹਮੇਸ਼ਾ ਇਹ ਪੂਰਾ ਰਿਹਾ ਕਿ ਅਸੀਂ ਜਿਹੜੇ ਪੇਸ਼ੈਂਟ ਆ ਉਹਨੂੰ ਮੋਰਲੀ ਹਮੇਸ਼ਾ ਅਪ ਕਰਕੇ ਦੇਖੀਏ। ਮੈਨੂੰ ਯਾਦ ਹੈ ਕਿੰਨੇ ਪੇਸ਼ੈਂਟ ਸਾਰੇ ਸੀ ਜਿਨ੍ਹਾਂ ਨੂੰ ਸਾਨੂੰ ਉਮੀਦ ਨਹੀਂ ਸੀ ਕਿ ਉਹ ਬਚ ਜਾਣਗੇ, ਪਰ ਅਸੀਂ ਉਹਨਾਂ ਨੂੰ ਆਪਣੀ ਟੀਮ ਦੇ ਨਾਲ, ਆਪਣੇ ਨਰਸਿੰਗ ਸਟਾਫ ਅਤੇ ਜੂਨੀਅਰ ਡਾਕਟਰ, ਸੀਨੀਅਰ ਡਾਕਟਰ, ਕੰਸਲਟੈਂਟ, ਸਾਰਿਆਂ ਨੂੰ ਇਹੀ ਕਿਹਾ ਕਿ ਇਹਨਾਂ ਨੂੰ ਤੁਸੀਂ ਮੋਰਲੀ ਹਾਈ ਕਰਕੇ ਰੱਖੋ। ਤਾਂ ਜਦੋਂ ਉਹਨਾਂ ਨੂੰ ਮੋਰਲੀ ਅੱਛਾ ਉਹਨਾਂ ਨੂੰ ਟ੍ਰੀਟ ਕੀਤਾ ਗਿਆ ਤਾਂ ਉਹ ਬੜੇ ਅੱਛੇ ਰਿਜ਼ਲਟਸ ਦੇ ਨਾਲ ਠੀਕ ਹੋ ਗਿਆ ਹੈ। ਤਾਂ ਆਈ ਥਿੰਕ ਮੋਰੈਲਿਟੀ ਜਿਹੜੀ ਪੇਸ਼ੈਂਟ ਦੀ ਅਪ ਕਰਕੇ ਰੱਖਣਾ, ਉਹਨੂੰ ਹਮੇਸ਼ਾ ਉਹਦੇ ਕਹਿਣਾ ਵੀ ਅਸੀਂ ਤੇਰੇ ਨਾਲ ਖੜੇ ਹਾਂ, ਬਿਲਕੁਲ, ਜੋ ਤੈਨੂੰ ਲੋੜ ਪਊਗੀ ਅਸੀਂ ਇੱਥੇ ਹੋਵਾਂਗੇ, ਇਹ ਚੀਜ਼ਾਂ ਬਹੁਤ ਜ਼ਿਆਦਾ ਮਾਇਨੇ ਰੱਖਦੀਆਂ। ਜੀ ਜੀ ਡਾਕਟਰ ਗੌਰਵ, ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਡਾਕਟਰਸ ਜੋ ਨੇ ਉਹ ਮੋਹਰੀ ਕਤਾਰ ਦੇ ਵਿੱਚ ਹੁੰਦੇ ਨੇ, ਲੇਕਿਨ ਤੁਹਾਡੇ ਨਾਲ ਬਾਕੀ ਸਟਾਫ ਵੀ ਹੁੰਦਾ ਹੈ। ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਕਿ ਉਹਨਾਂ ਦਾ ਵੀ ਮੋਰਲ ਜੋ ਹੈ ਡਾਊਨ ਨਾ ਹੋਏ, ਹੈ ਨਾ। ਉਹ ਵੀ ਘਬਰਾ ਜਾਂਦੇ ਨੇ ਜਦੋਂ ਪੇਸ਼ੈਂਟ ਬਹੁਤ ਜ਼ਿਆਦਾ ਘਬਰਾਇਆ ਹੁੰਦਾ, ਉਹਨਾਂ ਦੇ ਅੰਦਰ ਵੀ ਉਹ ਵਿਸ਼ਵਾਸ, ਆਤਮ ਵਿਸ਼ਵਾਸ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿ ਨਹੀਂ, ਆਪਾਂ ਅਗਰ ਖੁਦ ਸਟਰੋਂਗ ਰਹਾਂਗੇ ਤਾਂ ਹੀ ਤਾਂ ਪੇਸ਼ੈਂਟ ਨੂੰ ਆਪਾਂ ਇਹਨਾਂ ਸਟਰੋਂਗਲੀ ਬਿਮਾਰੀ ਦੇ ਨਾਲ ਲੜਨ ਦੇ ਲਈ ਅਸੀਂ ਉਹ ਜਜ਼ਬਾ ਪੈਦਾ ਕਰ ਪਾਵਾਂਗੇ। ਤਾਂ ਆਪਣੀ पूरी टीम ਨੂੰ संभालने के लिए बहुत ज़्यादा जद्दोजहद की करनी पई या आसानी के नाल समझा पाए? इस कोविड फर्स्ट वेव और सेकेंड वेव में रफली हम लोगों ने 400-450 पेशेंट्स को मैनेज किया होगा। प्राइमरीली प्राइमा फेशिया होता है क्या, पेशेंट को ये मालूम ही नहीं होता हो क्या रहा है। उसको एक सिंपल सा बुखार भी आ गया तो वो सस्पेक्ट हो जाता है कोरोना के लिए। इफ़ इट इज़ नॉट कोरोना, इवन देन पेशेंट पैनिक हो जाता है। तो हमारे हॉस्पिटल में एटलीस्ट हम लोगों ने एक काउंटर भी बना रखा था कि प्राइमा फेसी हम पेशेंट को और उनके अटेंडेंट को जो ये पैनिक लेवल है उसको सॉल्व करने के लिए उनका काउंसलिंग सेशन करते थे। इट वाज अ बेसिक प्रोटोकॉल इन माई हॉस्पिटल। वी वर यूज टू डूइंग काउंसलिंग ऑफ अटेंडेंट्स एज वेल एज पेशेंट्स। पहले तो वो पेशेंट आया और अगर वो सस्पेक्टेड है तो उसको हमने अलग से डिपार्टमेंट में रखा, अलग से वार्ड में रखा, बट अटेंडेंट्स को काउंसलिंग करना इट वाज मस्ट। सेकेंडरी होता क्या है कि पेशेंट जब परेशान होता है तो उससे ज़्यादा बुरी हालत में उसके घर वाले, उसके नियर एंड डियर होते हैं। उस कंडीशन में उनके जो हालात होते हैं उनको लगता है कि हमें कुछ ना हो जाए, तो पेशेंट से उनका इंटरेक्शन भी कम होने लगता है। बिल्कुल। इन ट्रू कंडीशन पेशेंट के फैमिली के जो मेंबर्स हैं वो उससे कटना शुरू कर देते थे। ये हम लोगों ने काफ़ी पेशेंट्स में देखा। मैं 100% तो ऐसा नहीं कहूँगा, यहाँ तक देखा है कि अगर कोविड पेशेंट की डेथ भी हो गई है तो वहाँ पे फैमिली मेंबर तक नजदीक आने से कतराते हैं। हमारे हॉस्पिटल में सेकेंड वेव में रफली 10 से 12 पेशेंट की मॉर्टेलिटी हुई
उनमें से 5-7 पेशेंट के अटेंडेंट ने सिर्फ फ़ोन से बात किया कि सर आप इनको मॉर्चरी में शिफ्ट कराइए और मॉर्चरी में शिफ्ट करा के इनका क्रीमेशन थ्रू गवर्नमेंट कराइए। जो एक बेसिक प्रोटोकॉल है कि विद पीपी किट और बाकी चीज़ों को पहन के 3 से 4 आदमी वहाँ पर अलाउड थे, उसमें भी लोगों ने अवॉइड किया। तो ऐसा विषम परिस्थितियां थी जिसको मैनेज करना, जिसको देखना, जिसको समझना। इन दिस सेकेंड वेव इवन आई लॉस्ट माई फादर इन लॉ इन फ्रंट ऑफ माई। तो वो सिचुएशन इतना भयावह था, इतना दयनीय था कि उसके बारे में कुछ भी जस्टिफाई करना, कुछ भी एक्सप्लेन करना, बीइंग अ डॉक्टर इट वाज वेरी टफ फॉर अस बिकॉज वी वर मोर क्लोज देन रिलेटिव्स। ठीक है ਡਾਕਟਰ ਬਲਰਾਜ ਜੀ, ਤੁਸੀਂ ਵੀ ਦੱਸੋ ਸਰ, ਕਿਉਂਕਿ ਕੋਵਿਡ ਦੀ ਬੇहद ਖਤਰਨਾਕ ਲਹਿਰਾਂ ਦੇ ਵਿੱਚੋਂ ਅਸੀਂ ਗੁਜ਼ਰੇ ਹਾਂ ਔਰ ਇੱਕ ਬਵੰਡਰ ਆ ਗਿਆ ਸੀ, ਲੇਕਿਨ ਉਸ ਟਾਈਮ ਦੇ ਵਿੱਚ ਪੇਸ਼ੈਂਟਸ ਨੂੰ, ਮਰੀਜ਼ਾਂ ਨੂੰ, ਉਹਨਾਂ ਦੇ ਫੈਮਿਲੀ ਮੈਂਬਰਸ ਨੂੰ ਇੱਕ ਕਿਨਾਰਾ ਦਿਖਾਣਾ, ਇੱਕ ਪੋਜ਼ਿਟਿਵਿਟੀ ਤੱਕ ਲੈ ਕੇ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ। ਪੂਰੀ ਟੀਮ ਨੂੰ ਵੀ ਨਾਲ ਸੰਭਾਲਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ। ਕਿਸ ਕਦਰ ਉਹਨਾਂ ਤਮਾਮ ਲਹਿਰਾਂ ਤੋਂ ਅਸੀਂ ਗੁਜ਼ਰ ਪਾਏ? ਪਹਿਲਾਂ ਤਾਂ ਮੈਂ ZTV PHH ਜਿਹੜਾ ਪੰਜਾਬ, ਹਰਿਆਣਾ, ਹਿਮਾਚਲ ਆ, ਮੁਬਾਰਕਬਾਦ ਦਿੰਦਾ। ਅੱਜ ਇਹ ਟੌਪਿਕ ਰੈਲੇਵੈਂਟ ਹੈਗਾ, ਇਹ ਅੱਜ ਦਾ ਟਾਈਮ ਇਸ ਗੱਲ ਦੀ ਡਿਮਾਂਡ ਕਰਦਾ ਹੈ। ਮੈਂ ਗੱਲ 2 ਹਿੱਸਿਆਂ 'ਚ ਕਰਾਂਗਾ, ਇੱਕ ਤਾਂ ਜੋ ਕੀਤਾ ਔਰ ਇੱਕ ਜੋ ਸਾਨੂੰ ਹੁਣ ਕਰਨਾ ਚਾਹੀਦਾ। ਬਹੁਤ ਇੰਪੋਰਟੈਂਟ ਹੈ ਕਿਉਂਕਿ ਹਿਸਟਰੀ ਜਿਹੜੀ ਪੜ੍ਹਾਈ ਜਾਂਦੀ ਹੈ ਉਸ ਕਰਕੇ ਪੜ੍ਹਾਈ ਜਾਂਦੀ ਹੈ ਕਿ ਜਿਹੜਾ ਫਿਊਚਰ ਹੈਗਾ ਉਹਨੂੰ ਆਪਾਂ ਪਲਾਨ ਕਰ ਸਕੀਏ, ਸ਼ੇਪ ਕਰ ਸਕੀਏ। ਜਿਹੜੀ ਗੱਲ ਇਹ ਤਾਂ ਮੈਂ ਕਹਾਂਗਾ, ਮੈਂ ਬਹੁਤ ਲੱਕੀ ਸੀਗਾ, ਪਰਮਾਤਮਾ ਨੇ ਪਹਿਲਾਂ ਸਾਡਾ ਜਲੰਧਰ ਦੇ ਵਿੱਚ ਸਭ ਤੋਂ ਪਹਿਲਾਂ ਸਾਡਾ ਰਤਨ ਹਸਪੀਟਲ ਸੀਗਾ ਜਿਸ ਨੇ ਆਫਰ ਕੀਤੀ ਸੀ DC ਸਾਹਿਬ ਨੂੰ ਕਿ ਅਸੀਂ ਕੋਰੋਨਾ ਦੇ ਬੈੱਡਸ ਲਵਾਂਗੇ, ਬਣਾਵਾਂਗੇ। ਫਿਰ ਗਵਰਨਮੈਂਟ ਨੇ ਚਾਰਜਿਸ ਅਲਾਉ ਕਰ ਦਿੱਤੇ ਲੈਣੇ, ਤਾਂ ਬਹੁਤ ਸਾਰੇ ਹਸਪੀਟਲਸ ਹੋਰ ਵੀ ਆ ਗਏ। ਪਰ ਮੈਂ ਲੱਕੀ ਕਿਸ ਕਰਕੇ ਸੀਗਾ ਕਿ ਮੇਰੇ ਕੋਲ ਬਹੁਤ ਅੱਛੀ ਟੀਮ ਸੀਗੀ, ਯੰਗ ਲੜਕੇ ਸੀਗੇ, ਬੱਚੇ ਸੀਗੇ। ਉਹਨਾਂ ਨੇ ਇਸ ਤਰ੍ਹਾਂ ਪੇਸ਼ੈਂਟਸ ਨੂੰ ਜਿੱਦਾਂ ਉਹ ਰਿਸ਼ਤੇਦਾਰ ਹੁੰਦੇ ਆ, ਇਸ ਤਰ੍ਹਾਂ ਮਰੀਜ਼ਾਂ ਨੂੰ ਟਰੀਟ ਕੀਤਾ। ਇਹ ਦੇਖ ਕੇ ਮਰੀਜ਼ਾਂ ਦੇ ਰਿਲੇਟਿਵਸ ਵੀ ਜਿਹੜੇ ਸੀ ਬਹੁਤ ਇਨਕਰੇਜ ਹੋਏ ਕਿ ਜੇ ਨਰਸਿਸ ਹੈਗੀਆਂ, ਜਿਹੜੀਆਂ ਹੋਰ ਸਪੋਰਟ ਸਟਾਫ ਹੈਗਾ, ਜੇ ਉਹ ਸਾਰਾ ਦਿਨ ਪੇਸ਼ੈਂਟਸ ਦੇ ਨਾਲ ਡੀਲ ਕਰਦੇ ਪਏ ਹੈਗੇ ਆ ਪ੍ਰੀਕਾਸ਼ਨਸ ਲੈ ਕੇ, ਤਾਂ ਉਹਨਾਂ ਨੂੰ ਵੀ ਕੋਈ ਮੁਸ਼ਕਿਲ ਨਹੀਂ ਹੈਗੀ। ਅਸੀਂ ਨਹੀਂ ਉਮੀਦ ਕਰਦੇ ਕਿ ਉਹਨਾਂ ਨੇ ਇਗਨੋਰ ਕੀਤਾ ਹੋਏਗਾ, ਬਟ ਇਹ ਸਭ ਕੁਝ ਕਰਨ ਵਾਲਾ ਪਰਮਾਤਮਾ ਹੈ। ਆਪਣਾ ਕੀ ਕੰਮ ਹੈ? ਕਰਮ, ਕਿ ਅਸੀਂ ਜੋ ਬੈਸਟ ਪੋਸੀਬਲ ਉਹ ਕਰ ਸਕੇ ਕਰੀਏ। ਮੈਂ ਇਹ ਗੱਲ ਲੋਕਾਂ ਨੂੰ, ਬੜਿਆਂ ਨੂੰ ਦੱਸੀ। ਕੰਮ ਦੇ ਵਿੱਚ ਕਿ ਤੁਸੀਂ ਜ਼ਰੂਰਤਮੰਦਾਂ ਤੱਕ ਬੈੱਡ, ਆਕਸੀਜਨ ਜਾਂ ਜ਼ਰੂਰਤ ਦਾ ਸਮਾਨ ਪਹੁੰਚਾਇਆ, ਉੱਥੇ ਤੱਕ ਵੀ ਹੱਥ ਅੱਗੇ ਵਧਾਏ ਨੇ? ਅਸੀਂ ਤਾਂ ਜਦੋਂ ਆਕਸੀਜਨ ਦੀ ਕਮੀ ਹੋਈ ਆਪਣੇ ਸਾਡੇ ਸ਼ਹਿਰ 'ਚ ਜਾਂ ਸਾਰੇ ਜਗ੍ਹਾ 'ਤੇ ਪੰਜਾਬ 'ਚ, ਅਸੀਂ ਇਮੀਡੀਏਟਲੀ ਆਕਸੀਜਨ ਪਲਾਂਟ ਲਗਵਾਇਆ ਤਾਂ ਕਿ ਅਸੀਂ ਕਮ ਸੇ ਕਮ ਜਿਹੜੀ ਇੱਥੇ ਪਹਿਲਾਂ ਡਾਕਟਰ ਸਾਹਿਬ ਗੱਲ ਕੋਈ ਕਰ ਰਹੇ ਸੀਗੇ ਅਪੋਲੋ ਵਾਲੇ, ਮੈਂ ਉਹ ਗੱਲ ਰਿਪੀਟ ਕਰਨਾ ਚਾਹਾਂਗਾ ਕਿ ਡਾਕਟਰਸ ਵਾਸਤੇ ਇਹ ਬਹੁਤ ਵੱਡਾ ਇੱਕ ਟਰਾਮਾ ਸੀਗਾ। ਬੰਦੇ ਜਿਹੜੇ ਹੈਗੇ ਆ ਉਹ ਸਾਹ ਨੂੰ ਤੜਫਦੇ ਆ। ਅਸੀਂ ਸਾਰੇ ਸਾਹ ਲੈ ਰਹੇ ਹਾਂ, ਸਾਨੂੰ ਪਤਾ ਵੀ ਨਹੀਂ ਕਿ ਅਸੀਂ ਸਾਹ ਲਈ ਜਾ ਰਹੇ, ਮਤਲਬ ਕੋਈ ਐਫਰਟ ਨਹੀਂ ਹੈਗਾ ਸਾਹ ਲੈਣ ਦਾ। ਪਰ ਇਮੈਜਿਨ ਕਰੋ ਜੇ ਤੁਹਾਨੂੰ ਸਾਹ ਹੀ ਨਹੀਂ ਆ ਰਿਹਾ, ਜੇ ਤੁਸੀਂ ਤੜਫ ਰਹੇ ਹੋ, ਆਕਸੀਜਨ ਉੱਥੇ ਆ, ਮਸ਼ੀਨਾਂ ਉੱਥੇ ਆ, ਉਹਦੇ ਬਾਵਜੂਦ ਲੋਕਾਂ ਨੂੰ ਤੜਫਦੇ ਦੇਖਣਾ ਆਸਾਨ ਨਹੀਂ। ਇਹ ਬਹੁਤ ਵੱਡਾ ਇੱਕ ਇਮੋਸ਼ਨਲ ਟਰਾਮਾ ਸੀ। ਇਸੇ ਕਰਕੇ ਮੈਂ ਅੱਜ ਇਸ ਫੋਰਮ ਤੋਂ ਸਾਰੇ ਜੀ ਦੇ ਦਰਸ਼ਕਾਂ ਨੂੰ ਇਹ ਗੱਲ ਕਹਿਣੀ ਚਾਹਾਂਗਾ ਕਿ ਇਸ ਤੋਂ ਬਚਣਾ ਬਹੁਤ ਆਸਾਨ ਹੈ, ਇਹਦੇ ਦਾ ਇਲਾਜ ਸ਼ਾਇਦ ਆਸਾਨ ਨਹੀਂ ਹੈ। ਦੋਸਤੋ ਬੜਾ ਆਸਾਨ ਆ, ਮਾਸਕ, ਸੈਨੀਟੇਸ਼ਨ ਔਰ ਸੋਸ਼ਲ ਡਿਸਟੈਂਸਿੰਗ। ਮੈਂ SMS ਕਹਿੰਦਾ, ਸਾਰੇ ਜਿਹਨੇ SMS ਕਹਿੰਦੇ, ਸੋਸ਼ਲ ਡਿਸਟੈਂਸਿੰਗ, ਮਾਸਕ ਅਤੇ ਸੈਨੀਟਾਈਜੇਸ਼ਨ। ਜੇ ਅਸੀਂ ਇਹਦਾ ਖਿਆਲ ਕਰਾਂਗੇ ਤਾਂ ਹੀ ਅਸੀਂ ਇਸ ਤੋਂ ਬਚ ਸਕਦੇ ਹਾਂ। ਮੈਂ ਅਪੀਲ ਕਰਦਾ ਵਾਂ ਕਿ ਵੈਕਸੀਨ ਜ਼ਰੂਰ ਲਗਵਾਓ। ਅਸੀਂ ਗੱਲ ਕੀਤੀ ਸੀ ਜਦੋਂ ਸ਼ੁਰੂ ਹੋਇਆ ਸੀ ਇਹ ਕਿ ਹਰਡ ਇਮਿਊਨਿਟੀ ਨਾਲ ਇਹਦਾ ਫਰਕ ਪੈਣਾ। ਹਰਡ ਇਮਿਊਨਿਟੀ ਦਾ ਮਤਲਬ ਆ ਜਦੋਂ ਮੋਰ ਦੈਨ 60% ਲੋਕਾਂ ਨੂੰ ਜਾਂ ਤਾਂ ਇਹ ਬਿਮਾਰੀ ਹੋ ਚੁੱਕੀ ਹੋਏਗੀ ਜਾਂ ਵੈਕਸੀਨ ਲੱਗ ਕੇ ਉਹਨਾਂ ਦੇ ਅੰਦਰ ਐਂਟੀਬਾਡੀਜ਼। ਵੈਕਸੀਨੇਸ਼ਨ ਤੋਂ ਬਾਅਦ ਵੀ ਬਹੁਤ ਜ਼ਿਆਦਾ ਡਰ ਜੋ ਹੈ ਲੋਕਾਂ ਦੇ ਅੰਦਰ ਦੇਖਣ ਨੂੰ ਮਿਲਿਆ ਕਿ ਕਈ ਲੋਕ ਬਿਮਾਰ ਹੋਏ, ਉਹ ਕਹਿੰਦੇ ਨਹੀਂ ਵੈਕਸੀਨੇਸ਼ਨ ਤੋਂ ਬਾਅਦ ਅਸੀਂ ਬਿਮਾਰ ਹੋਣਾ ਸ਼ੁਰੂ ਹੋਏ ਜਾਂ ਪਹਿਲਾਂ ਅਸੀਂ ਠੀਕ ਸੀ, ਸਾਈਡ ਇਫੈਕਟਸ ਉਹਨਾਂ ਨੂੰ ਫੀਲ ਹੋਣ ਲੱਗੇ। ਤਾਂ ਇਸ ਤਰ੍ਹਾਂ ਦੀਆਂ ਕਈ ਸਾਰੀਆਂ ਅਫਵਾਹਾਂ ਵੀ ਆਈਆਂ। ਤਾਂ ਆਯੁਰਵੇਦਾ ਤੋਂ ਜੋ ਡਾਕਟਰ ਬਲਦੀਪ ਕੌਰ ਸਾਡੇ ਨਾਲ ਜੁੜੇ ਹੋਏ ਨੇ, ਆਯੁਰਵੇਦਾ ਨੇ ਉੱਥੇ ਕਿਵੇਂ ਕੰਮ ਕੀਤਾ? ਕੀ ਲੱਗਦਾ ਹੈ ਕਿ ਅਗਰ ਉਹ ਡਰ ਹੈ, ਅਗਰ ਉਹ ਅਫਵਾਹ ਹੈ, ਉਸ ਨੂੰ ਕਿਸ ਤਰ੍ਹਾਂ ਆਯੁਰਵੇਦਾ ਕੱਢ ਪਾਇਆ? ਕਿਉਂਕਿ ਆਯੁਰਵੇਦਾ ਦੇ ਨਾਲ ਅਸੀਂ ਸਦੀਆਂ ਤੋਂ ਜੁੜੇ ਹੋਏ ਨੇ, ਸਾਡੀਆਂ ਪੀੜ੍ਹੀਆਂ ਜੁੜੀਆਂ ਹੋਈਆਂ ਨੇ। ਤਾਂ ਕਿਸ ਹੱਦ ਤੱਕ ਆਯੁਰਵੇਦਾ ਕਾਮਯਾਬ ਹੋ ਪਾਇਆ? ਜੀ, ਸਭ ਤੋਂ ਪਹਿਲਾਂ ਮੈਂ ਸਭ ਨੂੰ ਸਤਿ ਸ੍ਰੀ ਅਕਾਲ, ਨਮਸਕਾਰ ਕਹਿਣਾ ਚਾਹਾਂਗੀ।
उसके बाद मैं जी का बहुत बहुत अप्रिशिएशन इनको देना चाहूँगी कि इन्होंने बहुत अच्छा प्लेटफॉर्म ये ऑर्गेनाइज़ किया है, जिसमें डॉक्टर्स जो हैं हमारे, जिन्होंने इस दौरान एक बहुत बड़ी जंग लड़ी है, जैसे सभी डॉक्टर साहब अपना एक्सपीरियंस शेयर कर रहे हैं, उसमें क्या प्रॉब्लम्स आई, डॉक्टर्स को क्या क्या प्रॉब्लम्स आई हैं, और सच में इमेजिन नहीं किया जा सकता कि डॉक्टर्स किस हालातों से गुजरे हैं, और पेशेंट्स तो है ही हैं। जैसे अभी डॉक्टर साहब कह रहे थे कि सांस ना आ रही हो सब कुछ होने के बावजूद, ये देखना भी बहुत मुश्किल हो जाता है एज ए ह्यूमन बीइंग भी। सो उसके बाद ये सारी चीज़ें जो डॉक्टर साहब ने हमें बताई, या कोरोना के दौरान अगर हम बात कर रहे हैं, जैसे फर्स्ट वेव शुरू हुई थी और कोरोना के लिए हमारे पास कुछ भी अवेलेबल नहीं था, ना कोई मेडिसिन थी, ना कुछ पता था, कुछ भी नहीं था। फिर भी डॉक्टर्स ने बहुत ज़्यादा समझदारी से और गवर्नमेंट ने बहुत ज़्यादा मैनेजमेंट किया अच्छे से, और इस चीज़ को बड़े अच्छे से संभाला। बहुत सारे र्यूमर्स लोगों ने डॉक्टर्स के ख़िलाफ़ भी फैलाए हैं, गवर्नमेंट के ख़िलाफ़ भी फैलाए हैं कि ये प्लान्ड है, मीडिया के ख़िलाफ़ भी, बट सब कुछ बहुत पेशेंटली हैंडल किया गया। जो लोग इस चीज़ से गुजरे हैं उनको अच्छे से पता है कि ये सब क्या था, इसीलिए हमारे डॉक्टर्स जो हैं, डॉक्टर ने कहा SMS, तो ये बहुत बड़ी बात है, एक्सपीरियंस बोलता है। उसके साथ साथ हम आयुर्वेद के लिए बात करें, देखिए बीमारी या वायरस इस दुनिया में पहले से ही हैं, सदियों से रह रहे हैं, अपना रूप बदलते हैं, रूप बदल के हमारे ऊपर अटैक करते हैं। ਦੇ ਵਿੱਚ ਤੁਸੀਂ ਮਰੀਜ਼ਾਂ ਦੀ ਦੇਖਭਾਲ ਕੀਤੀ ਹੈ, ਉਸ ਦੌਰਾਨ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਸੀ ਕਿ ਕਈ ਦਿਨ ਤੁਸੀਂ ਘਰ ਨਹੀਂ ਜਾ ਸਕਦੇ, ਆਪਣੀ ਫੈਮਲੀਜ਼ ਤੋਂ ਦੂਰ ਰਹਿਣਾ? See, this is basic protocol for our medical fraternity. हम लोग जब अपना कैरियर स्टार्ट करते हैं तो इस प्रोटोकॉल को तो फॉलो कर चुके होते हैं। महीनों हम लोग हॉस्टल में, घर से दूर, वार्ड्स में पड़े रहना, तो दिस इज़ नॉट द इशू। वो तो मैनेज करना आसान होता है, टाइम डिवोट करना आसान होता है हम डॉक्टर्स के लिए, वो कभी भी इशू नहीं आता। इशू आता है कि हम जो कर रहे हैं उसका सही दिशा ही नहीं मालूम है हमें। पेशेंट किस दिशा में जा रहा है, पेशेंट के साथ हमें क्या करना है, अभी तक हमारे पास कोई आइडियल प्रोटोकॉल ही नहीं होता है कि व्हाट वी शुड डू, व्हाट मेडिसिन वी हैव टू गिव। इसका कोई प्रॉपर फर्स्ट वेव में ये प्रोटोकॉल बना था कि प्लाज्मा थेरेपी वाज गुड, सेकेंड वेव में दैट वाज ऑब्सोलीटेड। फर्स्ट वेव और सेकेंड वेव स्टार्ट में था रेमडेसिविर वाज गुड, एंड आफ्टर दैट इट वाज ऑब्सोलीटेड। देर इज़ नो रोल ऑफ प्लाज्मा, देर इज़ नो रोल ऑफ रेमडेसिविर। फिर कुछ फर्दर ड्रग्स आए जिसके लिए हम लोग यूज़ करें, स्टिल वी डोंट हैव एनी रिसर्च, वी डोंट हैव एनी प्रॉपर मॉड्यूल। सेकेंडरी हम आते हैं कि देर इज सम मिथ्स इन वैक्सीनेशन। वैक्सीनेशन का जो मिथ है, आप किसी भी वैक्सीन की बात करेंगे, वंस इट स्टार्ट्स विद किड्स, तब भी उनको मामूली सा फीवर तो आ सकता है ना, और आता ही है। हम सब ने वैक्सीनेट कराया है, अपने बच्चों को कराया है, अपने कोलीग्स के बच्चों को देखा है, सबको वैक्सीनेशन जरूरी है, और इसलिए बहुत ज़्यादा ज़रूरी है कि वैक्सीनेशन की जो ड्राइव है उसਨੂੰ तेज़ी ਦੇ ਨਾਲ ਚਲਾਇਆ ਜਾਏ। ਪ੍ਰਸ਼ਾਸਨਿਕ ਪੱਧਰ ਤੇ ਬਹੁਤ ਜ਼ਿਆਦਾ ਕੋਸ਼ਿਸ਼ਾਂ ਵੀ ਹੁੰਦੀਆਂ ਨੇ, ਲੇਕਿਨ ਅਗਰ ਕਿਤੇ ਖਾਮੀਆਂ ਹੁੰਦੀਆਂ ਨੇ ਤਾਂ ਉਸਨੂੰ ਦੁਰਸਤ ਕਰਨਾ ਵੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋ ਜਾਂਦੀ ਹੈ। ਫਿਲਹਾਲ ਸਾਡੇ ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਆਪਣਾ ਕੀਮਤੀ ਵਕਤ ਸਾਂਝਾ ਕਰਨ ਦੇ ਲਈ।